ਬੇਨਤੀ ਕਰਨ ਲੱਗਾ ਵੀਰ ਹਰਜੀਤ ਸਿੰਘ ਜੀ ਨੂੰ ਵੀ ਸਾਨੂੰ ਪੁੱਛਿਆ ਗਿਆ ਕਿ ਆਮ ਤੌਰ ਤੇ ਅਸੀਂ ਲਫ਼ਜ਼ ਵਰਤਦੇ ਹਾਂ ਜੀ ਮੀਰੀ ਪੀਰੀ, ਇਹ ਮੀਰੀ ਪੀਰੀ ਹੈ ਕਿ ਪੀਰੀ ਮੇਰੀ ਹੈ। तो मैं हरजीत सिंह जी ਨੂੰ ਬੇਨਤੀ ਕੀਤੀ ਕਿ ਕਿਰਪਾ ਕਰਕੇ ਇਹਦੇ ਬਾਰੇ ਦੱਸੋ ਵੀ ਮੀਰੀ ਪੀਰੀ ਕਹਿਣਾ ਜਾਇਜ਼ ਹੈ ਜਾਂ ਪੀਰੀ ਮੀਰੀ ਕਹਿਣਾ ਜਿਹੜਾ ਸਹੀ ਲਿਖ ਕਿਹੜਾ ਹੈ। ਹਾਂਜੀ ਹਰਜੀਤ ਸਿੰਘ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੀਰੀ ਪੀਰੀ ਜਾਂ ਪੀਰੀ ਮੀਰੀ ਦੀ ਗੱਲ ਕਰਨ ਤੋਂ ਪਹਿਲਾਂ ਅਸੀਂ ਸਮਝ ਲਈਏ ਇਹ ਜ਼ਰੂਰੀ ਚੀਜ਼ ਹੈ ਸਾਡੇ ਲਈ। ਮੀਰੀ ਤੇ ਪੀਰੀ ਹੈ ਕੀ ਚੀਜ਼, ਜਾਂ ਪੀਰੀ ਤਾਂ ਮੀਰੀ ਜਾਂ ਮੀਰੀ ਜਾਂ ਪੀਰੀ, ਇਹ ਚੀਜ਼ ਕੀ ਹੈ। ਕਰਤੇ ਪੁਰਖ ਮਾਲਕ ਦੀ ਜਦੋਂ ਕੁਦਰਤ ਵੱਲ ਆਪਾਂ ਝਾਤ ਮਾਰਦੇ ਹਾਂ, ਇੱਕ ਬੜੀ ਹੈਰਾਨ ਕਰ ਦੇਣ ਵਾਲੀ ਖੇਡ ਉਸ ਮਾਲਕ ਦੀ ਸਾਡੇ ਸਾਹਮਣੇ ਆਉਂਦੀ ਹੈ ਵੀ ਇੱਕੋ ਵਸਤੂ ਦੇ ਵਿੱਚ ਦੋ ਵਿਰੋਧੀ ਗੁਣ ਜਿਹੜੇ ਰੱਖੇ ਹੋਏ ਨੇ। ਜਿਵੇਂ ਗੁਲਾਬ ਦਾ ਬੂਟਾ ਹੁੰਦਾ ਹੈ, ਉਹਨੂੰ ਅਸੀਂ ਵੇਖੀਏ ਡਾਲੀ ਦੇ ਉੱਤੇ ਕਿੰਨਾ ਸੋਹਣਾ ਫੁੱਲ ਲੱਗਾ ਹੁੰਦਾ ਹੈ, ਪਰ ਨਾਲ ਉਹਦੇ ਜਿੱਥੇ ਖੁਸ਼ਬੂ ਹੈ ਉੱਥੇ ਕੰਡੇ ਵੀ ਹਨ। ਬਰਸਾਤ ਹੁੰਦੀ ਹੈ, ਜਿੱਥੇ ਬਰਸਾਤ ਕੰਮ ਸਵਾਰਦੀ ਹੈ, ਉੱਥੇ ਇਹਦੇ ਵਿੱਚੋਂ ਅਸਮਾਨ ਚੋਂ ਨਿਕਲੀ ਹੋਈ ਬਿਜਲੀ ਜਿਹੜੀ ਆ ਉਹ ਸਾੜ ਕੇ ਸੁਆਹ ਵੀ ਕਰ ਦਿੰਦੀ। ਇੱਕ ਹਰਿਆਵਲ ਲਿਆਉਂਦੀ ਹੈ, ਇੱਕ ਸੁਆਹ ਕਰ ਦਿੰਦੀ। ਦੋਨੇ ਗੁਣ ਉਹਦੇ ਵਿੱਚ ਹੀ ਮੌਜੂਦ ਹਨ। ਇਸੇ ਤਰ੍ਹਾਂ ਮਨੁੱਖ ਦੇ ਅੰਦਰ ਵੀ ਇਹ ਦੋਨੇ ਸ਼ਕਤੀਆਂ ਮੌਜੂਦ ਹਨ। ਇੱਕ ਹੈ ਸ਼ਕਤੀ, ਦੂਜੀ ਹੈ ਕੋਮਲਤਾ। ਸਖਤੀ ਤੋਂ ਬਹਾਦਰੀ ਤੇ ਸੂਰਮਤਾ ਪੈਦਾ ਹੁੰਦੀ ਹੈ ਤੇ ਕੋਮਲਤਾ ਤੋਂ ਦਇਆ ਤੇ ਪਿਆਰ ਦੇ ਗੁਣ ਪੈਦਾ ਹੁੰਦੇ ਹਨ। ਹੈ ਦੋਵੇਂ ਤਾਕਤਾਂ ਜ਼ਰੂਰੀ, ਤੇ ਦੋਵੇਂ ਤਾਕਤਾਂ ਦੇ ਇਕੱਠੇ ਰਹਿਣ ਵਿੱਚ ਹੀ ਇਸ ਸਮਾਜ ਦੀ, ਸੰਸਾਰ ਦੀ ਭਲਾਈ ਹੈ। ਜੇ ਕਿਸੇ ਗੁਣ ਵੱਲ ਝੁਕਾਅ ਵੱਧ ਜਾਵੇ ਤੇ ਦੂਜਾ ਗੁਣ ਕਮਜ਼ੋਰ ਹੋ ਜਾਂਦਾ ਹੈ, ਫਿਰ ਜੀਵਨ ਇੱਕ ਆਈਡੀਅਲ ਜੀਵਨ ਨਹੀਂ ਰਹਿੰਦਾ, ਆਦਰਸ਼ਕ ਜੀਵਨ ਜਿਹੜਾ ਹੈ ਉਹ ਨਹੀਂ ਬਣ ਸਕਦਾ। ਜੇ ਅਸੀਂ ਇਤਿਹਾਸ ਨੂੰ ਥੋੜਾ ਜਿਹਾ ਖੋਲ ਕੇ ਵੇਖਦੇ ਹਾਂ ਜਾਂ ਪਿੱਛੇ ਵੱਲ ਜਾਂਦੇ ਹਾਂ, ਇਹਦੇ ਵਿੱਚ ਜੇ ਥੋੜਾ ਜਿਹਾ ਕੁਝ ਪਿੱਛੇ ਗੁਰੂ ਨਾਨਕ ਕਾਲ ਤੋਂ ਪਹਿਲਾਂ ਨੂੰ ਅਸੀਂ ਚੱਲੀਏ, ਜਿਨ੍ਹਾਂ ਨੇ ਕੇਵਲ ਬਹਾਦਰੀ ਅੰਦਰ ਆਪਣੀ ਸੁਰਤ ਜੋੜੀ, ਉਹ ਜਾਬਰ ਅਤੇ ਅਨਿਆਈ ਬਣ ਗਏ। ਜੋ ਨਿਰੇ ਦਇਆ ਭਜਨ ਦੇ ਬੰਦਗੀ ਵਿੱਚ ਬੈਠੇ ਰਹੇ, ਉਹ ਕਾਇਰ ਤੇ ਬੁਜ਼ਦਲ ਬਣ ਗਏ। ਹਿੰਦੂ ਹਿੰਸਾ ਦੇ ਪੁਜਾਰੀ ਤੇ ਮੁਸਲਮਾਨ ਜਹਾਦ ਦੇ ਆਸ਼ਿਕ, ਜਿਹਨਾਂ ਧਰਮਾਂ ਨੂੰ ਅਸੀਂ ਦੇਖਦੇ ਹਾਂ ਜੋ ਉਸ ਵੇਲੇ ਇਸ ਭਾਰਤ ਦੀ ਧਰਤੀ ਤੇ ਚੱਲਦੇ ਸੀ, ਇੱਕ ਅਹਿੰਸਾ ਦੇ ਪੁਜਾਰੀ ਸਨ ਤੇ ਇੱਕ ਜਹਾਦ ਦੇ ਆਸ਼ਿਕ ਸਨ। ਇਹ ਸਾਰਿਆਂ ਨੂੰ ਪਤਾ ਹੈ, ਸਾਰੇ ਇਸ ਗੱਲ ਨੂੰ ਜਾਣਦੇ। ਮਨੂ ਦੀ ਵਰਨ ਵੰਡ ਨੇ ਇਨਸਾਨੀ ਗੁਣਾਂ ਨੂੰ ਵੀ ਵੰਡ ਦਿੱਤਾ। ਬ੍ਰਾਹਮਣ ਕੇਵਲ ਪਰਮਾਰਥ ਦੇ ਰਾਖੇ ਬਣ ਗਏ, ਧਰਮ ਕਰਮ ਕਰਨ ਦਾ ਹੱਕ ਉਹਨਾਂ ਨੂੰ ਮਿਲ ਗਿਆ। ਖੱਤਰੀ ਤਲਵਾਰ ਦੇ ਆਸ਼ਿਕ ਬਣ ਗਏ, ਤਲਵਾਰ ਦੇ ਮਾਲਕ ਹੋ ਗਏ, ਸ਼ਸਤਰ ਵਿਦਿਆ ਦੇ ਉਹਨਾਂ ਦੇ ਹਵਾਲੇ ਕਰ ਦਿੱਤੀ ਗਈ। ਵੈਸ਼ ਤੇ ਸ਼ੂਦਰ ਮਨੁੱਖਤਾ ਦੇ ਹੇਠਲੇ ਦਰਜੇ 'ਚ ਰਹਿ ਗਏ। ਜੇ ਬੋਧੀਆਂ ਤੇ ਜੈਨੀਆਂ ਨੇ ਆਪਣੇ ਸੇਵਕਾਂ ਨੂੰ ਭਿਕਸ਼ੂ ਬਣਨ ਤੇ ਹੀ ਸਾਰਾ ਜ਼ੋਰ ਦਿੱਤਾ। ਸੋ ਇੱਕ ਪਾਸੇ ਹੰਕਾਰੀ ਤੇ ਦੂਜੇ ਪਾਸੇ ਮੁਰਦਾ ਜਿਹਾ ਜੀਵਨ ਹੋ ਗਿਆ। ਨਤੀਜਾ ਇਹ ਨਿਕਲਿਆ ਕਿ ਭਜਨ ਕਰਨ ਵਾਲੇ ਜਿਹੜੇ ਸਾਨੂੰ ਸੂਰਮੇ ਨਾ ਰਹੇ, ਤੇ ਜਿਹੜੇ ਸੂਰਮੇ ਸੀ ਉਹ ਭਗਤ ਨਾ ਬਣ ਸਕੇ। ਇਹ ਮਨੁੱਖੀ ਇਤਿਹਾਸ ਦੀ ਸਭ ਤੋਂ ਵੱਡੀ ਭੈੜੀ ਕੁਬੁੱਧ ਦੀ ਵਰਤੋਂ ਹੈ। ਇਹਨੂੰ ਕੁਬੁੱਧ ਕਹਿ ਸਕਦੇ। ਤਾਂ ਸਿੱਖ ਧਰਮ ਨੇ ਸੂਰਮਤਾ ਤੇ ਕੋਮਲਤਾ, ਇਹਨਾਂ ਦੋਨਾਂ ਨੂੰ ਇੱਕੋ ਜਗ੍ਹਾ ਇਕੱਠਾ ਕੀਤਾ ਹੈ। ਜਾਤੀ ਵਿਭਾਨ ਮਨੁੱਖਾਂ ਦੇ ਵਿੱਚ ਬਹੁਤ ਪੁਰਾਣਾ ਤੁਰਿਆ ਹੁੰਦਾ ਹੈ, ਪਰ ਸਿਪਾਹੀਗਿਰੀ ਤਾਂ ਖਾਸ ਤੌਰ ਤੇ ਸਦਾ ਜਨਮ ਤੋਂ ਮੰਨੀ ਜਾਂਦੀ ਰਹੀ ਹੈ। ਜੇ ਅਸੀਂ ਦੇਖਦੇ ਹਾਂ ਇਸ ਭਾਰਤ ਦੇ ਇਤਿਹਾਸ ਨੂੰ, ਤਾਂ ਇੱਥੇ ਸਾਨੂੰ ਕੁਝ ਚੀਜ਼ਾਂ ਜਿਹੜੀਆਂ ਇਹੋ ਜਿਹੀਆਂ ਮਿਲਦੀਆਂ ਨੇ ਜਿਨ੍ਹਾਂ ਦਾ ਜ਼ਿਕਰ ਇਹਨਾਂ ਸਿਮਰਤੀਆਂ ਵਿੱਚ ਜਾਂ ਉਹਨਾਂ ਵਿੱਚ ਮਿਲਦਾ। ਮੈਂ ਉਸ ਲੰਬੇ ਚੌੜੇ ਵਿਸ਼ੇ ਵਿੱਚ ਨਹੀਂ ਜਾਵਾਂਗਾ, ਕਿਉਂਕਿ ਮੈਂ ਆਪਣੇ ਵਿਸ਼ੇ ਵੱਲ ਆਉਣਾ ਹੈ। ਤਾਂ ਜਿਹੜਾ ਗੁਰੂ ਨਾਨਕ ਪਾਤਸ਼ਾਹ ਜੀ ਨੇ ਆ ਕੇ ਸਾਡੇ ਸਾਹਮਣੇ ਮੱਤ ਦਿੱਤਾ, ਉਹ ਗੁਰੂ ਨਾਨਕ ਪਾਤਸ਼ਾਹ ਜੀ ਦੇ ਜਿਹੜੇ ਮੱਤ ਹਨ, ਉਹਨਾਂ ਦੀ ਜਿਹੜੀ ਸੂਰਬੀਰਤਾ ਦਿੱਤੀ, ਉਹਦੇ ਵੀ ਦੋ ਪਹਿਲੂ ਰੱਖੇ। ਇੱਕ ਸੀ ਅੰਦਰਲੇ ਸ਼ਤਰੂਆਂ, ਕਾਮ, ਕ੍ਰੋਧ ਤੇ ਲੋਭ ਮੋਹ ਹੰਕਾਰ ਉੱਤੇ ਜਿੱਤ ਪ੍ਰਾਪਤ ਕਰਨੀ, ਤੇ ਦੂਜਾ ਸੀ ਬਾਹਰਲੇ ਸ਼ਤਰੂਆਂ ਦੇ ਉੱਤੇ ਜਿੱਤ ਪ੍ਰਾਪਤ, ਫਤਿਹ ਪਾਉਣੀ। ਇੱਕ ਆਦਮੀ ਸਰੀਰਕ ਤੌਰ ਤੇ ਜਿੰਨਾ ਮਰਜ਼ੀ ਬਲਵਾਨ ਹੋਵੇ, ਸ਼ਸਤਰ ਵਿਦਿਆ ਤੋਂ ਜਾਣੂ ਹੋਵੇ, ਰਣ ਖੇਤਰ ਦੇ ਸਾਹਮਣੇ ਹੋ ਕੇ ਲੜਨ ਵਾਲਾ ਸੂਰਮਾ ਹੋਵੇ,
ਪਰ ਜੇ ਉਸਨੇ ਆਪਣੇ ਮਨ ਨੂੰ ਕਾਬੂ ਨਹੀਂ ਰੱਖਿਆ ਤਾਂ ਉਹ ਸਵੈ ਕਾਬੂ ਤੇ ਸਵੈ ਸੰਜਮੀ ਜੀਵਨ ਵਾਲਾ ਨਹੀਂ ਬਣ ਸਕਦਾ। ਉਹ ਸੂਰਮਾ ਨਹੀਂ, ਗੁਰੂ ਨਾਨਕ ਦੇ ਨਜ਼ਰਾਂ ਵਿੱਚ ਉਹ ਫਿਰ ਸੂਰਮਾ ਨਹੀਂ ਹੈ। ਗੁਰੂ ਜੀ ਨੇ ਇੱਥੇ ਮਨ ਜਿੱਤੇ ਜਗਜੀਤ ਦੀ ਗੱਲ ਜਿਹੜੀ ਹੈ ਉਹ ਸਮਾਜ ਨੂੰ ਦਿੱਤੀ ਹੈ। ਨਾਲ ਹੀ ਗੁਰੂ ਅਮਰਦਾਸ ਜੀ ਕਹਿੰਦੇ, ਨਾਨਕ ਸੋ ਸੂਰਾ ਬਰਿਆਮ ਜਿਨ ਵਿੱਚੋਂ ਦੁਸ਼ਟ ਅਹੰਕਾਰ ਮਾਰਿਆ। ਉਹ ਇਹ ਗਦੀ ਗੱਲ ਸਪਸ਼ਟ ਹੋ ਗਈ ਕਿ ਸਿੱਖ ਨੇ ਮੀਰੀ ਤੇ ਪੀਰੀ ਜਾਂ ਪੀਰੀ ਦਾ ਮੀਰੀ ਦੋਨਾਂ ਨੂੰ ਹੀ ਇਕੱਠਾ ਕੀਤਾ। ਹੁਣ ਜਦੋਂ ਅਸੀਂ ਇਹ ਗੱਲ ਕਹਿੰਦੇ ਹਾਂ ਵੀ ਪੀਰੀ ਲਫ਼ਜ਼ ਪਹਿਲਾਂ ਆਉਣਾ ਚਾਹੀਦਾ ਜਾਂ ਮੀਰੀ ਲਫ਼ਜ਼ ਪਹਿਲਾਂ ਆਉਣਾ ਚਾਹੀਦਾ, ਇਹਨਾਂ ਨਾਲ ਕੋਈ ਫਰਕ ਨਹੀਂ ਪੈਂਦਾ, ਕਿਉਂਕਿ ਦੋਨੇ ਹੀ ਮਨੁੱਖਾ ਜੀਵਨ ਦੇ ਇੱਕ ਅਹਿਮ ਹਿੱਸੇ ਹਨ, ਜਿਨ੍ਹਾਂ ਤੋਂ ਇੱਕ ਨੂੰ ਵੀ ਅਲੱਗ ਕਰਕੇ ਮਨੁੱਖੀ ਜੀਵਨ ਸੰਪੂਰਨਤਾ ਦੇ ਸਿਖਰ ਤੇ ਨਹੀਂ ਪਹੁੰਚ ਸਕਦਾ। ਆਮ ਤੌਰ ਤੇ ਕਈ ਵਿਚਾਰ ਦਿੰਦੇ ਨੇ ਪੀਰੀ ਪਹਿਲਾਂ ਕਹਿਣਾ ਚਾਹੀਦਾ, ਪਰ ਗੁਰੂ ਹਰਗੋਬਿੰਦ ਮਹਾਰਾਜ ਸੱਚੇ ਪਾਤਸ਼ਾਹ ਨੇ ਜਦੋਂ ਅਕਾਲ ਤਖ਼ਤ ਸਾਹਿਬ ਦੀ ਸਿਰਜਣਾ ਕੀਤੀ, ਢਾਡੀ ਨੱਥਾ ਅਬਦੁੱਲੇ ਨੇ ਜਿਹੜੀ ਵਾਰ ਗਾਈ, ਉਹਦੇ 'ਚ ਵੀ ਇਹ ਗੱਲ ਲਿਖੀ ਹੋਈ ਹੈ, ਦੋ ਤਲਵਾਰਾਂ ਬੱਧੀਆਂ, ਇੱਕ ਮੀਰ ਦੀ, ਇੱਕ ਪੀਰ ਦੀ, ਇੱਕ ਅਜ਼ਮਤ ਦੀ, ਇੱਕ ਰਾਜ ਦੀ, ਇੱਕ ਰਾਖੀ ਕਰੇ ਵਜ਼ੀਰ ਦੀ। ਜੇ ਪੀਰ ਹੀ ਪਹਿਲਾਂ ਹੋਣਾ ਹੁੰਦਾ, ਜਾਂ ਇਹ ਗੱਲ ਪੱਕੀ ਕਰ ਦਿਓ ਪੀਰ ਹੀ ਪਹਿਲਾਂ ਵਰਤਣੀ ਚਾਹੀਦੀ ਹੈ, ਤੇ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਸਾਹਮਣੇ ਇਹ ਵਾਰ ਗਾਉਣ ਵਾਲਾ ਢਾਡੀ ਨੱਥਾ ਤੇ ਅਬਦੁੱਲਾ ਮੀਰ ਪੀਰ ਦੀ ਗੱਲ ਕਰ ਰਿਹਾ ਹੈ। ਇਸ ਵਾਸਤੇ ਗੁਰੂ ਦੀਆਂ ਨਜ਼ਰਾਂ ਵਿੱਚ ਵੀ ਇਹ ਫਰਕ ਨਹੀਂ ਸੀ ਵੀ ਮੀਰੀ ਦਾ ਲਫ਼ਜ਼ ਪਹਿਲਾਂ ਆਵੇ ਜਾਂ ਪੀਰੀ ਦਾ ਲਫ਼ਜ਼ ਪਹਿਲਾਂ ਆਵੇ। ਅਸਲ ਗੱਲ ਹੈ ਦੋਨੇ ਗੁਣਾਂ ਨੂੰ ਬਰਾਬਰ ਧਾਰਨ ਕਰਨਾ, ਮੀਰੀ ਤੇ ਪੀਰੀ ਦਾ ਸੰਤੁਲਨ ਬਣਾ ਕੇ ਚੱਲਣਾ। ਸੂਰਮਾ ਸੂਰਮਾ ਨਾ ਰਹੇ ਉਹ ਭਗਤ ਵੀ ਬਣੇ, ਤੇ ਭਗਤ ਭਗਤ ਨਾ ਰਹੇ ਉਹ ਸੂਰਮਾ ਵੀ ਬਣੇ। ਜਿੱਥੇ ਬਾਹਰ ਦਾ ਸੂਰਮਾ ਹੋਵੇ, ਅੰਦਰ ਦੇ ਸ਼ਤਰੂਆਂ ਨਾਲ ਵੀ ਲੜੇ। ਤਾਂ ਸਿੱਖ ਦੀ ਜਿਹੜੀ ਜੀਵਨ ਯਾਤਰਾ ਹੈ ਉਹ ਮੀਰੀ ਤੇ ਪੀਰੀ, ਜਾਂ ਦੂਜੇ ਲਫ਼ਜ਼ਾਂ 'ਚ ਅਸੀਂ ਪੀਰੀ ਤਾਂ ਮੀਰੀ ਕਹਿ ਲਈਏ, ਇਹਨਾਂ ਚੀਜ਼ਾਂ ਨਾਲ ਕੋਈ ਫਰਕ ਨਹੀਂ ਪੈਂਦਾ। ਅਸਲ ਗੱਲ ਤਾਂ ਸਾਨੂੰ ਦੋਨੇ ਗੁਣਾਂ ਨੂੰ ਧਾਰਨ ਕਰਕੇ ਸੰਪੂਰਨਤਾ ਦੇ ਜੀਵਨ ਵਾਲੇ ਪਾਸੇ ਨੂੰ ਤੁਰਨ ਦਾ ਮਾਰਗ ਹੈ, ਨਾ ਕਿ ਅਸੀਂ ਇਹਨਾਂ ਲਫ਼ਜ਼ਾਂ ਦੇ ਹੇਰ ਫੇਰ ਵਿੱਚ ਆਪਣੇ ਮੁੱਢਲੇ ਸਿਧਾਂਤ, ਬੇਸਿਕ ਸਿਧਾਂਤ ਤੋਂ ਪਿੱਛੇ ਰਹਿ ਜਾਈਏ। ਉਹ ਸਿਧਾਂਤ ਹੈ ਮੀਰੀ ਦੇ ਵੀ ਗੁਣ ਧਾਰਨ ਕਰਨੇ ਤੇ ਪੀਰੀ ਦੇ ਗੁਣ ਵੀ ਧਾਰਨ ਕਰਨੇ। ਦੋਨਾਂ ਇੱਕ ਦੂਜੇ ਤੇ ਨਿਰਭਰ ਹਨ। ਜੇ ਇੱਕ ਗੁਣ ਹੈ ਦੂਜਾ ਅਧੂਰਾ ਹੈ, ਜੇ ਦੂਜਾ ਗੁਣ ਹੈ ਤੇ ਪਹਿਲਾ ਗੁਣ ਨਹੀਂ, ਤਾਂ ਵੀ ਸਿੱਖ ਦਾ ਜੀਵਨ ਅਧੂਰਾ ਹੈ। ਇਸ ਵਾਸਤੇ ਸਾਨੂੰ ਲਫ਼ਜ਼ਾਂ ਦੀ ਗੱਲਬਾਤ ਛੱਡ ਕੇ ਕਿਹੜਾ ਪਹਿਲਾਂ ਆਉਣਾ ਚਾਹੀਦਾ, ਕਿਹੜਾ ਬਾਅਦ ਵਿੱਚ ਆਉਣਾ ਚਾਹੀਦਾ, ਇਹ ਦੋਨੇ ਗੁਣਾਂ ਨੂੰ ਆਪਣੇ ਅੰਦਰ ਧਾਰਨ ਕਰਨ ਦਾ ਜਿਹੜਾ ਹੈ ਉਹ ਸੰਕਲਪ ਲੈ ਕੇ ਗੁਰੂ ਦੀਆਂ ਨਜ਼ਰਾਂ ਵਿੱਚ ਸੁਰਖਰੂ ਹੋਣਾ ਚਾਹੀਦਾ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਸੁੰਦਰ ਜੀ ਗੱਲ ਲਫ਼ਜ਼ਾਂ ਦੀ ਨਹੀਂ, ਗੱਲ ਭਾਵਨਾ ਤੋਂ ਹੈ। ਸਾਡੇ 'ਚ ਮੀਰੀ ਦੇ ਗੁਣ ਵੀ ਹੋਣ ਤੇ ਪੀਰੀ ਦੇ ਗੁਣ ਵੀ ਹੋਣ, ਇਹ ਗੁਰੂ ਸਾਹਿਬ ਸਾਡੇ ਤੋਂ ਐਕਸਪੈਕਟ ਕਰਦੇ ਨੇ। ਤੋ ਸਾਧ ਸੰਗਤ ਜੀ, ਸਾਡਾ ਵਿਰਸਾ ਬੜਾ ਅਮੀਰ ਹੈ। ਸਾਡੇ ਪੁਰਖਿਆਂ ਨੇ ਇਹ ਜੇ ਪੀਰੀ ਬੀਰੀ ਦੀ ਗੱਲ ਕਹੀ ਨਹੀਂ, ਹੰਢਾ ਕੇ ਪ੍ਰੈਕਟੀਕਲ ਸਾਡੇ ਸਾਹਮਣੇ ਦੱਸੀਏ। ਮੈਨੂੰ ਉਹ ਗੱਲ ਯਾਦ ਆ ਰਹੀ ਹੈ, ਸਾਧ ਸੰਗਤ ਸਾਰਿਆਂ ਨੇ ਇਹ ਗੱਲ ਬੜੀ ਵਾਰੀ ਪੜ੍ਹੀ ਸੁਣੀ ਹੈ ਕਿ ਹਰੀ ਸਿੰਘ ਨਲੂਆ ਮੰਨੇ ਹੋਏ ਬੜੇ ਯੋਧੇ ਸਨ। ਹਰੀ ਸਿੰਘ ਜੀ ਨਲੂਆ, ਇਹਦਾ ਮਤਲਬ ਇਹ ਹੈ ਕਿ ਜਿਹੜੇ ਮੀਰੀ ਵਾਲੇ ਗੁਣ ਨੇ ਉਹਨਾਂ 'ਚ ਬਹੁਤ ਜ਼ਿਆਦਾ ਭਰੇ ਸਨ, ਔਰ ਉਹਨਾਂ ਦੀ ਤਾਕ ਜਿਹੜੀ ਹੈ ਅੱਜ ਤੱਕ ਜਿਹੜੀ ਹੈ ਸੁਣੀ ਜਾਂਦੀ। ਪਰ ਜੇ ਦੂਸਰੇ ਜਿਹੜੇ ਗੁਣ ਆਪਾਂ, ਕਿਉਂਕਿ ਮੀਰੀ ਪੀਰੀ ਦੀ ਗੱਲ ਕਰ ਰਹੇ ਹਾਂ, ਜਿੱਥੇ ਇੱਕ ਬਹੁਤ ਵੱਡੇ ਯੋਧੇ ਸਨ, ਉੱਥੇ ਇਹ ਘਟਨਾ ਇਤਿਹਾਸਕ ਸਾਡੇ ਸਾਹਮਣੇ ਆਉਂਦੀ ਹੈ ਕਿ ਇੱਕ ਬੀਬੀ ਉਹਨਾਂ ਦੇ ਜਿਸ ਵੇਲੇ ਕੈਂਪ ਦੇ ਵਿੱਚ ਪਹੁੰਚੀ, ਤਾਂ ਉੱਥੇ ਜਾ ਕੇ ਉਹਨੇ ਨਲਵਾ ਜੀ ਨੂੰ, ਹਰੀ ਸਿੰਘ ਨਲਵਾ ਸਿੰਘ ਨੂੰ ਕਿਹਾ ਕਿ ਮੈਨੂੰ ਤੇਰੇ ਵਰਗਾ ਪੁੱਤਰ ਚਾਹੀਦਾ। ਉਸ ਬੀਬੀ ਦੀ ਭਾਵਨਾ ਕੀ ਸੀ ਮਹਾਰਾਜ ਜਾਣਦਾ, ਪਰ ਜੋ ਨਲਵਾ ਜੀ ਦਾ ਜਵਾਬ ਉੱਤਰ ਸੀ ਬਹੁਤ ਵਧੀਆ ਸੀ ਕਿ ਉਹਨੇ ਕਿਹਾ ਜੇ ਮੇਰੇ ਵਰਗਾ ਪੁੱਤਰ ਚਾਹੀਦਾ ਤਾਂ ਮੈਂ ਹੀ ਹਾਂ ਤੇਰਾ ਪੁੱਤਰ। ਇਹ ਗੱਲ ਕਹਿਣੀ ਇੱਕ ਬੜੇ ਯੋਧੇ ਦੀ, ਕਿਉਂਕਿ ਅਸੀਂ ਦੇਖਦੇ ਹਾਂ ਕਿ ਦੁਨੀਆ 'ਚ ਜਿਹੜੇ ਬੜੇ ਇਸ ਤਰ੍ਹਾਂ ਦੇ ਯੋਧੇ ਹੁੰਦੇ ਨੇ, ਉਹਨਾਂ 'ਚ ਕਈ ਤਰ੍ਹਾਂ ਦੀਆਂ ਹੋਰ ਨਾਲ ਤੁਹਮਤਾਂ ਵੀ ਨਾਲ ਲੱਗੀਆਂ ਹੁੰਦੀਆਂ ਨੇ ਕਈਆਂ 'ਚ। ਪਰ ਹਰੀ ਸਿੰਘ ਨਲਵਾ ਜੀ ਨੇ ਇਹ ਜਿਹੜੀ ਮਿਸਾਲ ਪੇਸ਼ ਕੀਤੀ ਹੈ, ਸਾਡੇ ਸਾਹਮਣੇ ਸਾਡਾ ਇਤਿਹਾਸ ਹੈ। ਇਹ ਸਾਡਾ ਮੀਰੀ ਔਰ ਪੀਰੀ ਦਾ ਸਿਧਾਂਤ ਜਿਹੜਾ ਸਾਡੇ ਪੁਰਖਿਆਂ ਨੇ ਨਿਭਾਇਆ। ਅੱਜ ਤਰਾਸਦੀ ਇਸ ਗੱਲ ਦੀ ਹੈ, ਇਹ ਠੀਕ ਹੈ ਕਿ ਧਰਮ ਤੇ ਸਿਆਸਤ ਕਈ ਤੇ ਕਹਿੰਦੇ ਨੇ ਇਕੱਠੇ ਹੋਣੇ ਨਹੀਂ ਚਾਹੀਦੇ। ਉਹ ਕਿਉਂ ਕਹਿੰਦੇ ਨੇ? ਕਿਉਂਕਿ ਅੱਜ ਸਿਆਸਤ ਜਿਹੜੀ ਹੈ ਉਹ ਧਰਮ ਤੇ ਭਾਰੂ ਹੋ ਗਈ ਹੈ। ਸਾਨੂੰ ਲੋੜ ਹੈ, ਖਾਸ ਕਰਕੇ ਆਪਣੀ ਮੈਂ ਕਮਿਊਨਿਟੀ ਦੀ ਗੱਲ ਕਰ ਰਿਹਾ, ਕਿ ਚਾਹੇ ਗੁਰਦੁਆਰਾ ਸਾਹਿਬ ਹੋਵੇ, ਕਿਸੇ ਮਹੱਲੇ ਦਾ, ਸ਼ਹਿਰ ਦਾ, ਜਾਂ ਸਾਡੀਆਂ ਵੱਡੀਆਂ ਸੰਸਥਾਵਾਂ ਜਿਹੜੀਆਂ ਨੇ, ਅੱਜ ਸਾਰਿਆਂ ਤੇ ਇਹ ਜਿਹੜੀ ਵੋਟਾਂ ਦਾ ਸਿਸਟਮ ਨੇ ਕੰਮ ਖਰਾਬ ਕੀਤਾ। ਜਦ ਕਿ ਜਿਹੜੇ ਧਰਮ ਦੇ ਕਾਰਜ ਨੇ ਉਹ ਚਲਾਉਣ ਲਈ ਧਰਮੀ ਪੁਰਸ਼ ਚਾਹੀਦੇ ਨੇ, ਨਾ ਕਿ ਵੋਟਾਂ ਨਾਲ ਚੁਣੇ ਹੋਏ ਪੁਰਸ਼ ਚਾਹੀਦੇ ਨੇ। ਪਰੰਤੂ ਵੋਟ ਸਿਸਟਮ ਜਿਹੜਾ ਹੈ ਸਾਡੇ ਗੁਰਦੁਆਰਾ ਸਿਸਟਮ 'ਚ ਆ ਗਿਆ, ਜਿਸ ਕਰਕੇ ਜਿਸ ਤਰ੍ਹਾਂ ਵੋਟਾਂ ਪੈਂਦੀਆਂ ਨੇ ਔਰ ਕੀ ਹੁੰਦਾ ਮੈਨੂੰ ਦੱਸਣ ਦੀ ਲੋੜ ਨਹੀਂ। ਸਿਆਸਤ ਐਡੀ ਜ਼ਿਆਦਾ ਭਾਰੂ ਹੋ ਗਈ ਹੈ
ਕਿ ਅੱਜ ਵੱਡੀਆਂ ਸੰਸਥਾਵਾਂ ਦੇ ਜਿਹੜੇ ਸੰਚਾਲਕ ਨੇ ਉਹ ਸਿਆਸੀਆਂ ਮਨੁੱਖਾਂ ਦੇ ਲਿਫਾਫਿਆਂ ਚੋਂ ਨਿਕਲਦੇ ਨੇ ਤੇ ਉਹਨਾਂ ਨੇ ਜਿਹੜੇ ਲੋਕ ਆਪ ਧਰਮੀ ਨਹੀਂ ਹਨ ਉਹ ਧਰਮੀਆਂ ਲੋਕਾਂ ਦੀ ਜਾਂ ਧਰਮ ਦੀ ਅਗਵਾਈ ਕਰਨ ਵਾਲਿਆਂ ਦੀ ਅਪਾਇੰਟਮੈਂਟ ਕਰਨ ਜਾਂ ਉਹਨਾਂ ਦਾ ਕੋਈ ਰੂਲਸ ਰੈਗੂਲੇਸ਼ਨਸ ਬਣਾਉਣ ਤੇ ਆਪਾਂ ਸੋਚ ਸਕਦੇ ਹਾਂ ਵੀ ਕੀ ਹੋਏ। ਸੋ ਲੋੜ ਹੈ ਇਸ ਗੱਲ ਦੀ ਕਿ ਠੀਕ ਹੈ ਤੇ ਧਰਮ ਤੇ ਸਿਆਸਤ ਸਾਡਾ ਇਕੱਠਾ ਹੈ, ਪਰੰਤੂ ਸਿਆਸਤ ਧਰਮ ਤੇ ਭਾਰੂ ਨਾ ਹੋਵੇ। ਜਿਹੜੇ ਗੁਰੂ ਮਹਾਰਾਜ ਨੇ ਸਿਆਸਤ ਕੀਤੀ ਹੈ ਉਹ ਧਰਮ ਨੂੰ ਮੂਹਰੇ ਰੱਖ ਕੇ ਕੀਤੀ ਹੈ, ਧਰਮ ਨੂੰ ਆਂਚ ਨਹੀਂ ਆਣੀ ਚਾਹੀਦੀ। ਤੋ ਇਸ ਗੱਲ ਦੀ ਸਾਨੂੰ ਲੋੜ ਹੈ, ਸਾਰੀ ਸਿੱਖ ਕੌਮ ਨੂੰ ਜਾਗਰੂਕ ਹੋਣ ਦੀ ਲੋੜ ਹੈ ਕਿ ਕਿਉਂ ਸਿਆਸਤ ਜਿਹੜੀ ਹੈ ਧਰਮ ਤੇ ਭਾਰੂ ਹੁੰਦੀ ਜਾ ਰਹੀ ਹੈ। ਆਓ ਸਤਿਗੁਰੂ ਕਿਰਪਾ ਕਰਨ, ਅਸੀਂ ਗੁਰੂ ਦੀ ਬਾਣੀ ਨੂੰ ਸਮਝੀਏ, ਪ੍ਰੈਕਟੀਕਲ ਆਪਣੇ ਜੀਵਨ ਚ ਅਪਣਾਈਏ ਤੇ ਦੂਸਰਿਆਂ ਨੂੰ ਆਪ ਜਪੈ ਔਰ ਨਾਮ ਜਪਾਵੇ, ਇਸ ਪਾਸੇ ਚਲੀਏ। ਵੀਰ ਹਰਜੀਤ ਸਿੰਘ ਜੀ, ਆਪ ਜੀ ਦਾ ਧੰਨਵਾਦ ਹੈ, ਕਿਉਂਕਿ ਐਸੇ ਸਵਾਲ ਜਿਹੜੇ ਨੇ ਇਹ ਵੀ ਕਦੀ ਕਦੀ ਜੋ ਆਉਂਦੇ ਨੇ ਔਰ ਬੜੇ ਮਤਲਬ ਮੈਂ ਸਮਝਦਾ ਵੀ ਔਖੇ ਸਵਾਲ ਹੁੰਦੇ ਨੇ ਜਿਨ੍ਹਾਂ ਦਾ ਜਵਾਬ ਲੱਭਣਾ ਪ੍ਰੋਪਰ ਆਪ ਜੀ ਨੇ ਦਿੱਤਾ। ਧੰਨਵਾਦ।